वाहिगुरु। सतनाम धन वाहिगुरु साहिब जी। धन 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 जन आया, जिस प्रसाद सब जगत तराया। जन आवन का यह सुआओ, जन कै संग चित आवै नाओ। मन्ने की गत कही ना जाए, जे को कहे पिछै पछुताए। कागद कलम ना लिखण हार, मन्ने का बह करन विचार। बाणी गुरु गुरु है बाणी, विच बाणी अमृत सारे। गुर बाणी कहे सेवक जन मानै, परतख गुरु निस्तारे। परम पूज्य पाद हजूर अनवर जाते बाबरकात फ़ख्र मौजूदात मुजस्मा सिफ़तो साफ़ात हस्ती मुक़द्दस कादर मुतल्लिक शाह ए खुबां सरबत सृष्टि दे सांझे रहबर हाजरा हजूर जाहरा जहूर सर्ब कला भरपूर पातशाह धन धन श्री गुरु ग्रंथ साहिब सच्चे पातशाह जियां दी पावन मुकद्दस बारगाह दे अंदर चौथे गुरुदेव धन धन श्री गुरु रामदास साहिब सच्चे पातशाह जियां दे पवित्र आगमन पुरब नूं समर्पित गुरमत समागमां विच हाज़रीन सतसंगी जनों, आओ थोड़ा समा बाणी दी विचार इतिहास दी विचार करिए। सारी संगत ने किरपा करके तवज्जो देनी, मोबाइल फोन किरपा करके बंद कर दिओ, इधरों उधरों किरपा करके आवाज़ां ना आउण। प्रेम शांति ते टिका दे नाल बाणी दी इतिहास दी विचार करिए। सारे गुरु दर ते हाज़री लाइए। प्रेम सत्कार नाल सारी संगत आखो जी वाहिगुरु जी का खालसा वाहिगुरु जी की फतेह। श्री गुरु रामदास साहिब सच्चे पातशाह गुरु नानक देव सच्चे पातशाह जियां दे चौथे घर गुरु नानक देव महाराज जी का चौथा सरूप सन। तिन्हां दा अज पवित्र आगमन पुरब है। जदों असीं इतिहास पढ़ते हाँ तवारीख विच गुरु रामदास साहिब सच्चे पातशाह जियां दे वालदैन जिहड़े सन माता पिता वो बचपन विच ही फौत हो गए सन और उन्हां दा पालन पोषण जिहड़ा है उन्हां दी नानी ने कीता सी। गुरु रामदास महाराज जी दे नानके बासर के पिंड दे सन और गुरु अमरदास साहिब जी दी जन्म भूमि जिहड़ी वो भी बासर के सी। नानके पिंड दे विच शरीके कबीले दे तौर ते गुरु अमरदास महाराज जी गुरु रामदास सच्चे पातशाह जियां नूं मिले। आयु छोटी सी पर मस्तक दा तेज बड़ा नूरानी ते रूहानी सी। हौली हौली आपस दे विच नेड़ता वधदी गई और जिहड़ा बख्शिश दा पात्र गुरु रामदास महाराज जी दे अंदर तैयार होया उहदे विच सब तो वड्डा इखलाकी गुण सी बर्दाश्त करना और निमरता। वेखो जदों माता पिता दोनों ही
ਚੜ੍ਹਾਈ ਕੀਤੇ, ਕਹਿ ਲਓ ਉਹਨਾਂ ਦੀ ਮ੍ਰਿਤਿੂ ਹੋਈ, ਮੌਤ ਹੋਈ। ਨਾਨੀ ਆਪਣੇ ਛੋਟੇ ਜਿਹੇ ਦੋਹਤੇ ਨੂੰ, ਉਹਦਾ ਮੁਲਾਇਮ ਜਿਹਾ, ਉਹਦਾ ਨਿੱਕਾ ਜਿਹਾ ਹੱਥ ਫੜ ਕੇ ਜਦੋਂ ਉਹਦੇ ਦਾਦਕੇ ਪਿੰਡ ਤੋਂ ਲੈ ਕੇ ਤੁਰੇ, ਅਤੇ ਮਹਾਰਾਜ ਨੇ ਬਾਣੀ 'ਚ ਇਹ ਸ਼ਬਦ ਵਰਤਿਆ ਹੈ ਵੀ ਜਦੋਂ ਸਾਡੇ ਆਸੇ ਪਾਸੇ ਬਹੁਤ ਲੋਕਾਂ ਦਾ ਇਕੱਠ ਹੋਵੇ ਨਾ, ਉਦੋਂ ਇਹ ਖਿਆਲ ਕਰੋ ਵੀ ਤੁਸੀਂ ਕਿਸੇ ਦੀ ਤਲੀ 'ਤੇ ਕੁਝ ਧਰਨ ਜੋਗੇ ਹੋ। ਜਦੋਂ ਬੰਦੇ ਦੀ ਜੇਬ 'ਚ ਕੁਛ ਨਾ ਹੋਵੇ, ਉਦੋਂ ਬਾਣੀ ਦਾ ਫੈਸਲਾ ਹੈ ਕਿ ਬੜੇ ਨਜ਼ਦੀਕੀ ਅਤੇ ਕਰੀਬੀ ਰਿਸ਼ਤੇ ਨਾਤੇ ਵੀ ਹੱਥ ਖੜ੍ਹੇ ਕਰ ਜਾਂਦੇ ਹਨ, ਸਾਥ ਛੱਡ ਜਾਂਦੇ ਹਨ। ਮਹਾਰਾਜ ਨੇ ਬਾਣੀ 'ਚ ਕਿਹਾ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ਼ ਘੇਰੈ, ਬਿਪਤ ਭਰੀ ਸਭ ਹੀ ਸੰਗ ਛਾਡਤ, ਕਉ ਨਾ ਆਵਤ ਨੇਰੈ। ਜਦੋਂ ਮਹਾਰਾਜ ਦੇ ਬਚਪਨ ਵਿੱਚ ਮਾਤਾ ਪਿਤਾ ਚੜ੍ਹਾਈ ਕੀਤੇ, ਚਾਚਿਆਂ ਤਾਇਆਂ ਨੂੰ, ਸ਼ਰੀਕੇ ਕਬੀਲੇ ਨੂੰ, ਦਾਦਕੇ ਪਰਿਵਾਰ ਵਿੱਚ ਜਿਹੜੇ ਮਹਾਰਾਜ ਦੇ ਪਿਤਾ ਸਨ, ਉਹਨਾਂ ਦੇ ਭਰਾ ਸਨ ਜਿਹੜੇ, ਉਹਨਾਂ ਨੂੰ ਲੱਗਿਆ ਵੀ ਇਸ ਅਨਾਥ ਬੱਚੇ ਨੂੰ ਕੌਣ ਪਾਲੇਗਾ, ਇਹਦਾ ਬੋਝ ਆਪਣੇ ਸਿਰ 'ਤੇ ਅਸੀਂ ਕਿਵੇਂ ਝੱਲਾਂਗੇ। ਜਦੋਂ ਨਾਨੀ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਤੁਰੇ, ਅਤੇ ਉਹਨਾਂ ਨੇ ਕਿਸ ਤਰ੍ਹਾਂ ਦਾ ਜੇਰਾ ਕਰਕੇ ਆਪਣੀ ਧੀ ਦੇ ਘਰ ਨੂੰ ਲੋਕ ਲਾਇਆ ਹੋਏਗਾ, ਜਿੰਦਰਾ ਲਾਇਆ ਹੋਏਗਾ, ਔਰ ਕਿਹੜੇ ਅਲਫਾਜ਼ਾਂ ਨਾਲ ਆਪਣੇ ਦੋਹਤੇ ਨੂੰ ਕਿਹਾ ਹੋਏਗਾ ਵੀ ਤੂੰ ਆਪਣਾ ਜਿਹੜਾ ਲੀੜਾ ਕੱਪੜਾ ਇੱਥੋਂ ਚੁੱਕ ਲੈ, ਆਪਾਂ ਫਿਰ ਇੱਥੇ ਵਾਪਸ ਨਹੀਂ ਆਉਣਾ ਹੈ। ਮਹਾਰਾਜ ਦਾ ਜਿਹੜਾ ਜਨਮ ਹੈ ਨਾ, ਉਹ ਲਾਹੌਰ ਵਿੱਚ ਚੂਨਾ ਮੰਡੀ ਦਾ ਹੈ। ਇਹਦਾ ਨਾਮ ਜਿਹੜਾ ਚੂਨਾ ਮੰਡੀ ਹੈ ਨਾ, ਉਹ ਇਸ ਕਰਕੇ ਪਿਆ ਕਿਉਂਕਿ ਇੱਥੇ ਜਿਹੜੇ ਹੀਰਿਆਂ ਦਾ ਚੂਰਾ ਚੂਨਾ ਹੁੰਦਾ ਸੀ ਨਾ, ਉਹਦਾ ਵਪਾਰ ਬੜੇ ਵੱਡੇ ਪੱਧਰ 'ਤੇ ਹੁੰਦਾ ਸੀ। ਇਸ ਕਰਕੇ ਇਹਨਾਂ ਦੇ ਜਨਮ ਭੋਏ ਵਾਲੇ ਇਲਾਕੇ ਦਾ ਨਾਮ ਚੂਨਾ ਮੰਡੀ ਸੀ। ਤਵਾਰੀਖ ਵਿੱਚ ਲਿਖਿਆ ਮਿਲਦਾ ਵੀ ਇੱਥੇ ਹੀਰਿਆਂ ਦਾ ਜਿਹੜਾ ਚੂਰਾ, ਹੀਰੇ ਨੂੰ ਕੱਟਣ ਤੋਂ, ਕਾਂਟ ਛਾਂਟ ਕਰਨ ਤੋਂ ਬਾਅਦ ਜਿਹੜਾ ਬਾਕੀ ਬਚ ਜਾਂਦਾ ਸੀ ਚੂਰਾ, ਉਹਦਾ ਵਪਾਰ ਹੁੰਦਾ ਸੀ। ਇਸ ਚੂਨਾ ਮੰਡੀ ਦੇ ਵਿੱਚੋਂ ਅਧਿਆਤਮਵਾਦ ਦਾ, ਗੁਰੂ ਨਾਨਕ ਦੇ ਘਰ ਦਾ ਚੌਥਾ ਇੱਕ ਹੀਰਾ ਜਿਹੜਾ ਹੈ, ਉਹ ਇਸ ਭੋਏ 'ਤੇ ਪਣਪ ਰਿਹਾ ਸੀ, ਜਿਹਨੇ ਰੂਹਾਨੀ ਮੰਡਲ ਦੇ ਵਿੱਚ ਸਾਰੇ ਜਹਾਨ ਨੂੰ, ਸਾਰੇ ਸੰਸਾਰ ਨੂੰ ਐਸੀ ਰੌਸ਼ਨੀ ਨਾਲ ਸਰਜ਼ਾਰ ਕੀਤਾ ਵੀ ਉਹਦੇ ਦਰਬਾਰ ਵਿੱਚ ਆ ਕੇ ਨਿਮਾਣਾ, ਨਿਤਾਣਾ, ਭੁੱਖਾ, ਡਿੱਗਿਆ, ਢੱਠਿਆ, ਨਿਆਸਰਾ, ਨਿਗੱਤਾ, ਨਿਪੱਤਾ, ਸਾਰਿਆਂ ਨੂੰ ਹੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸ਼ਰਨ ਮਿਲਦੀ। ਕਿੰਨੇ ਲੋਕ ਨੇ ਜਿਹੜੇ ਸ਼ਾਮ ਤੱਕ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚੋਂ ਆਪਣਾ ਢਿੱਡ ਭਰਦੇ ਨੇ ਲੰਗਰ ਛਕ ਕੇ। ਕਿੰਨੇ ਲੋਕ ਨੇ ਜਿਹੜੇ ਜਾਤ ਪਾਤ, ਗਰੀਬੀ ਅਮੀਰੀ ਕਰਕੇ ਆਪਣਾ ਬੇਸਿਕਲੀ ਇਨਸਾਨੀ ਹੱਕ ਜਿਹੜਾ ਧਾਰਮਿਕ ਹੋਣ ਦਾ, ਉਹ ਧੱਕੇ ਖਾਂਦੇ ਨੇ ਦੂਜੇ ਦਰਬਾਰਾਂ ਵਿੱਚੋਂ, ਦੂਜੇ ਅਖੌਤੀ ਧਾਰਮਿਕ ਸਥਾਨਾਂ ਤੋਂ। ਡਿੱਗਿਆ ਟੁੱਟਿਆ ਨਿਰਾਸ਼ ਬੰਦਾ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦਰਬਾਰ 'ਚ ਪਹੁੰਚਦਾ ਅਤੇ ਉੱਥੇ ਉਹਨੂੰ ਸ਼ਰਨ ਮਿਲਦੀ ਹੈ। ਉੱਥੇ ਬੈਠ ਕੇ ਕੋਈ ਵੀ ਕੀਰਤਨ ਸੁਣੇ, ਕੋਈ ਸੰਗਤ ਕਰੇ, ਕੋਈ ਸੇਵਾ ਕਰੇ, ਕੋਈ ਉੱਥੇ ਬੈਠ ਕੇ ਭਜਨ ਕਰੇ, ਇਬਾਦਤ ਕਰੇ, ਸਭ ਲਈ ਦਰਵਾਜ਼ੇ ਖੁੱਲ੍ਹੇ ਹਨ, ਸਭ ਦੇ ਲਈ ਜੀ ਆਇਆਂ ਕਿਹਾ ਜਾਂਦਾ ਹੈ। ਪਰ ਮਹਾਰਾਜ ਦਾ ਬਚਪਨ ਦਾ ਟਾਈਮ ਵੇਖੋ ਤੁਸੀਂ, ਜਦੋਂ ਨਾਨੀ ਨੇ ਮਹਾਰਾਜ ਜੀ ਦੀ ਬਾਂਹ ਫੜ ਕੇ ਆਪਣੀ ਧੀ ਦਾ ਘਰ ਕਹਿ ਲਓ, ਆਪਣੇ ਦਮਾਦ ਦੇ ਘਰੋਂ ਕਹਿ ਲਓ, ਮਹਾਰਾਜ ਜੀ ਦੇ ਆਪਣੇ ਜੱਦੀ ਘਰੋਂ ਜਦੋਂ ਨਾਨੀ ਨੇ ਮਹਾਰਾਜ ਜੀ ਦੀ ਬਾਂਹ ਫੜ ਕੇ ਉੱਥੋਂ ਤੁਰੇ, ਅਤੇ ਚਾਚਿਆਂ ਤਾਇਆਂ ਨੇ ਇਹ ਅਲਫਾਜ਼ ਕਹੇ ਹੋਣਗੇ ਵੀ ਹੁਣ ਵੇਖਾਂਗੇ ਤੁਸੀਂ ਇਹਨੂੰ ਕੀ ਬਣਾ ਦਿਓਗੇ। ਆਪਣੇ ਕੋਲ ਹਰ ਇੱਕ ਚੀਜ਼ ਦਾ ਵਿਸਥਾਰ ਕਰਨ ਦਾ ਤਾਂ ਟਾਈਮ ਨਹੀਂ ਹੈ। ਆਪਾਂ ਥੋੜ੍ਹੀਆਂ ਜਿਹੀਆਂ ਘਟਨਾਵਾਂ 'ਤੇ ਚਾਨਣਾ ਪਾਵਾਂਗੇ ਜਿਨ੍ਹਾਂ ਦੇ ਬਾਅਦ 'ਚ ਨਤੀਜੇ ਵੇਖੋ ਕੀ ਨਿਕਲੇ। ਆਮ ਤੌਰ 'ਤੇ ਕੋਈ ਨਿਆਸਰਾ ਬੰਦਾ ਹੋਵੇ ਅਤੇ ਥੋੜ੍ਹੀ ਜਿਹੀ ਪਹੁੰਚ ਵਾਲੇ ਲੋਕ ਉਹਨੂੰ ਬੜੇ ਤਰ੍ਹਾਂ ਦੇ ਬੋਲ ਕਬੋਲ ਬੋਲਦੇ ਹਨ। ਸਮੇਂ ਦੀ ਗਰਦਿਸ਼ ਨਾਲ ਵਕਤ ਪਲਟਾ ਮਾਰਦਾ ਹੈ। ਜਿਹੜਾ ਬੰਦਾ ਕਿਸੇ ਨੂੰ ਨਿਤਾਣਾ ਅਤੇ ਨਿਮਾਣਾ ਲੱਗਦਾ ਹੈ ਅਤੇ ਬੋਲ ਕਹਿਣ ਵਾਲੇ ਨੂੰ ਇਹ ਮਹਿਸੂਸ ਹੁੰਦਾ ਵੀ ਕੋਈ ਸਮਾਂ ਆਏਗਾ ਸਾਡੇ ਪੈਰਾਂ 'ਤੇ ਡਿੱਗੇਗਾ, ਪਰ ਉਹਦੀ ਚੜ੍ਹਤ, ਉਹਦਾ ਡੰਕਾ
ਜਦੋਂ ਕੁਦਰਤ ਦਾ ਮਾਲਕ ਕਾਦਰ ਉਹਦੇ 'ਤੇ ਤਰੁੱਠ ਕੇ ਉਹਦੇ 'ਤੇ ਰਹਿਮਤਾਂ ਕਰਦਾ, ਉਹਦੀ ਤੂਤੀ ਜਦੋਂ ਸਾਰੇ ਜਹਾਨ 'ਚ ਬੋਲਦੀ ਹੈ, ਫਿਰ ਉਹ ਬੋਲ ਕਬੋਲ ਕਰਨ ਵਾਲੇ ਬੰਦੇ ਵੀ ਉਹਦੇ ਨਜ਼ਦੀਕ ਹੋ ਬੈਠਦੇ ਹਨ ਵੀ ਇਹ ਤਾਂ ਸਾਡਾ ਹੈ ਜੀ। ਕੁਦਰਤਨ ਜਦੋਂ ਕੋਈ ਬੰਦਾ ਅਧੂਰਾ ਬਦਨਾਮ ਹੈ, ਉਹਦੀ ਕਿਤੇ ਗੱਲ ਚੱਲੇ ਤੇ ਬੜੇ ਨਜ਼ਦੀਕੀ ਲੋਕ ਵੀ ਕਹਿੰਦੇ ਹਨ ਅਸੀਂ ਨਹੀਂ ਜਾਣਦੇ ਜੀ, ਸਾਡਾ ਤਾਂ ਘਰ ਹੀ ਦੂਜੇ ਪਾਸੇ। ਪਰ ਜਦੋਂ ਕੋਈ ਬੰਦਾ ਥੋੜ੍ਹਾ ਜਿਹਾ ਪਹੁੰਚ ਵਾਲਾ ਹੋ ਜਾਏ, ਕਿਸੇ ਰੁਤਬੇ 'ਤੇ ਕਿਸੇ ਮੁਰਾਤਬੇ 'ਤੇ ਪਹੁੰਚ ਜਾਏ, ਅਤੇ ਉਦੋਂ ਬੜੀ ਦੂਰ ਦੂਰ ਦੇ ਰਿਸ਼ਤੇਦਾਰ ਵੀ ਕਹਿੰਦੇ ਹਨ ਸਾਡਾ ਬੜਾ ਚੰਗਾ ਲਿਹਾਜ਼ ਹੈ ਜੀ ਉਹਦੇ ਨਾਲ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦੇ ਸ਼ਕੇਰੈ, ਬਿਪਤ ਪਰੀ ਸਭ ਹੀ ਸੰਗ ਛੱਡਤ, ਕਉ ਨਾ ਆਵਤ ਨੇਰੈ। ਪਹਿਲਾ ਅਲਫਾਜ਼ ਸ਼ਰੀਕੇ ਨੇ ਕਿਹਾ ਹੋਵੇਗਾ ਇਹਨੂੰ ਤਾਂ 2 ਵਕਤ ਦੀ ਰੋਟੀ ਵੀ ਨਹੀਂ ਮਿਲੇਗੀ। ਗੁਰੂ ਨਾਨਕ ਦੇ ਦਰ ਘਰ ਨੇ ਮਹਾਰਾਜ ਦੇ ਸਿਰ ਦੇ ਉੱਤੇ ਐਸਾ ਮਿਹਰ ਭਰਿਆ ਹੱਥ ਰੱਖਿਆ ਵੀ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੋਂ ਪਤਾ ਹੀ ਨਹੀਂ ਕਿੰਨੇ ਕੁ ਭੁੱਖੇ ਲੋਕ, ਪਤਾ ਨਹੀਂ ਢਿੱਡ ਦੀ ਭੁੱਖ ਤੋਂ ਆਤਰ ਕਿੰਨੇ ਕੁ ਲੋਕ ਆਪਣਾ ਢਿੱਡ ਭਰ ਕੇ ਲੰਗਰ ਛਕ ਕੇ ਗੁਰੂ ਰਾਮਦਾਸ ਜੀ ਦਾ ਜਸ ਗਾਉਂਦੇ ਹਨ। ਦੂਜਾ, ਪਹਿਲਾ ਮਸਲਾ ਹੁੰਦਾ ਹੈ ਆਤੁਰ ਬੰਦੇ ਨੂੰ ਰੋਟੀ ਦਾ, ਦੂਜਾ ਮਸਲਾ ਹੁੰਦਾ ਘਰ ਵਸਾਉਣ ਦਾ। ਇਹ ਵੀ ਅਲਫਾਜ਼ ਉਹਨਾਂ ਨੇ ਕਹੇ ਹੋਣਗੇ ਵੀ ਇਹਦਾ ਘਰ ਨਹੀਂ ਵਸੇਗਾ, ਇਹਦੀ ਕੁੱਲ ਖਤਮ ਹੋ ਜਾਏਗੀ, ਇਹਨੂੰ ਕਿੰਨੇ ਧੀ ਦੇਣੀ ਹੈ, ਇਹਦੇ ਸਿਰ 'ਤੇ ਮਾਂ ਪਿਓ ਨਹੀਂ, ਕੋਈ ਕਾਰੋਬਾਰ ਨਹੀਂ, ਕੋਈ ਧੰਦਾ ਨਹੀਂ, ਕੋਈ ਜਾਇਦਾਦ ਨਹੀਂ, ਕੋਈ ਧਨ ਸੰਪਦਾ ਨਹੀਂ ਇਹਦੇ ਕੋਲ। ਗੁਰੂ ਨਾਨਕ ਦੇ ਘਰ ਨੇ ਮਹਾਰਾਜ ਨੂੰ ਐਸਾ ਵਰਸਾਇਆ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਦਾਤ ਮਿਲੀ, ਮਹਾਰਾਜ ਦੀ ਮੁਬਾਰਕ ਰਸਨਾ ਤੋਂ ਜਿੱਥੇ 30 ਰਾਗਾਂ 'ਚ ਬਾਣੀ ਉਚਰੀ, ਬਾਣੀ ਆਈ ਮਹਾਰਾਜ ਦੀ ਰਸਨਾ 'ਤੇ, ਜਿਹੜੇ ਅਲਫਾਜ਼ ਮਹਾਰਾਜ ਲਿਖੇ ਗਏ ਸਨ, ਇਹਨੂੰ ਕੋਈ ਧੀ ਨਹੀਂ ਦੇਗਾ, ਇਹਨੂੰ ਕੋਈ ਆਪਣੀ ਬੱਚੀ ਨਹੀਂ ਦੇਗਾ, ਇਹਨੂੰ ਕੌਣ ਰਿਸ਼ਤਾ ਕਰੇਗਾ। ਮਹਾਰਾਜ ਨੇ ਆਪਣੀ ਮੁਬਾਰਕ ਰਸਨਾ ਤੋਂ 4 ਲਾਵਾਂ ਦਾ ਪਾਠ ਉਚਾਰਿਆ ਜੀ। ਦੁਨੀਆ ਦੇ ਉੱਤੇ ਕੋਈ ਸਿੱਖ ਐਸਾ ਹੈ ਹੀ ਨਹੀਂ ਜਿੰਨਾ ਚਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੋਲ ਨਾ ਪੜ੍ਹੇ, ਲਾਵਾਂ ਦਾ ਪਾਠ ਨਾ ਹੋਵੇ, ਉਹਨਾਂ ਚਿਰ ਕਿਸੇ ਸਿੱਖ ਦਾ ਵਿਆਹ ਹੀ ਮੁਕੰਮਲ ਨਹੀਂ ਹੁੰਦਾ। ਮਹਾਰਾਜ ਨੇ ਸਾਰੇ ਸਿੱਖ ਜਗਤ ਨੂੰ, ਸਾਰੀ ਮਨੁੱਖਤਾ ਨੂੰ ਲਾਵਾਂ ਦਾ ਉਪਦੇਸ਼ ਦੇ ਕੇ ਪਤੀ ਅਤੇ ਪਤਨੀ ਦਾ ਅਧਿਆਤਮਵਾਦ ਦਾ ਪੱਖ ਸਮਝਾਇਆ। ਬਚਪਨ ਵਿੱਚ ਜਿਸ ਗੁਰੂ ਦੇ ਲਈ, ਜਿਸ ਬੱਚੇ ਲਈ ਸ਼ਬਦ ਵਰਤੇ ਗਏ ਵੀ ਇਹਨੂੰ ਕਿਸੇ ਨੇ ਧੀ ਨਹੀਂ ਦੇਣੀ, ਸਮਾਂ ਐਸਾ ਆਇਆ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਰੱਬੀ ਕਲਾਮ ਨਾਜ਼ਲ ਹੋਇਆ। 4 ਲਾਵਾਂ ਦਾ ਪਾਠ ਮਹਾਰਾਜ ਨੇ ਉਚਾਰਿਆ ਸੂਹੀ ਰਾਗ ਵਿੱਚ। ਜਿੰਨਾ ਚਿਰ ਉਹ 4 ਲਾਵਾਂ ਦਾ ਪਾਠ ਪਿਆਰਿਓ ਨਾ ਕੋਈ ਪੜ੍ਹੇ, ਉਹਨਾਂ ਚਿਰ ਕਿਸੇ ਦਾ ਵਿਆਹ ਹੀ ਪੂਰਾ ਨਹੀਂ ਹੁੰਦਾ ਸਿੱਖ ਜਗਤ ਵਿੱਚ। ਮਹਾਰਾਜ ਨੂੰ ਉਹਨਾਂ ਦੇ ਨਾਨੀ ਜੀ ਨਾ ਆਪਣੇ ਨਾਲ ਬਾਸਰ ਕੇ ਪਿੰਡ ਲੈ ਗਏ। ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਸਨ, ਉਹਨਾਂ ਨੂੰ ਗੁਰਤਾ ਗੱਦੀ ਮਿਲੀ। ਜਦੋਂ ਮਹਾਰਾਜ ਦੀ ਸੇਵਾ ਵਿੱਚ ਗੁਰੂ ਰਾਮਦਾਸ ਮਹਾਰਾਜ ਪੱਕੇ ਤੌਰ 'ਤੇ ਉਹਨਾਂ ਦੀ ਸ਼ਰਨ ਚਲੇ ਗਏ, ਬੜੀ ਨਿਮਰਤਾ ਨਾਲ ਸੇਵਾ ਉਹ ਕਰਦੇ ਸਨ, ਬੜੀ ਨੀਝ ਨਾਲ, ਬੜੀ ਸ਼ਿੱਦਤ ਨਾਲ, ਬੜੀ ਭਾਵਨਾ ਨਾਲ ਉਹਨਾਂ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਰਨੀ। ਗੱਲ ਨੂੰ ਆਪਾਂ ਨੇੜੇ ਰੱਖੀਏ। ਦੂਜੀ ਅਹਿਮ ਘਟਨਾ ਮਹਾਰਾਜ ਦੀ ਜ਼ਿੰਦਗੀ ਜਿਹੜੀ ਵਾਪਰੀ ਨਾ, ਉਹ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬੱਚੀ ਦਾ ਰਿਸ਼ਤਾ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਨੂੰ ਹੋ ਜਾਣਾ। ਮਹਾਰਾਜ ਗੁਰੂ ਅਮਰਦਾਸ ਮਹਾਰਾਜ ਅਤੇ ਉਹਨਾਂ ਦੇ ਮਹਿਲ ਬੈਠੇ ਭਾਈ ਜੇਠਾ ਜੀ ਗੁਰੂ ਘਰ ਦੀ ਟੋਕਰੀ ਢੋ ਰਹੇ ਹਨ, ਗੁਰੂ ਘਰ ਦੇ ਵਿਹੜੇ ਝਾੜੂ ਮਾਰਦੇ ਹਨ, ਗੁਰੂ ਕੇ ਲੰਗਰਾਂ ਦੇ ਵਿੱਚ ਜੂਠੇ ਬਰਤਨਾਂ ਦੀ ਸੇਵਾ ਕਰਦੇ ਹਨ। ਬੈਠਿਆਂ ਬੈਠਿਆਂ ਗੱਲ ਚੱਲੀ ਜਿਵੇਂ ਹਰ ਇੱਕ ਕਬੀਲਦਾਰ ਬੰਦਾ, ਬਾਲ ਬੱਚੇਦਾਰ ਬੰਦਾ ਆਪਣੇ ਧੀ ਪੁੱਤ ਦੇ ਜਵਾਨ ਹੋਣ 'ਤੇ ਆਮ ਹੀ ਘਰ 'ਚ ਵਿਚਾਰ ਕਰਦਾ ਵੀ ਇਹਦਾ ਹੁਣ ਆਪਾਂ ਰਿਸ਼ਤਾ ਕਿਤੇ ਕਰੀਏ, ਕੋਈ ਚੰਗਾ ਵਰ, ਕੋਈ ਚੰਗਾ ਘਰਾਣਾ, ਕੋਈ ਚੰਗਾ ਇਹਦਾ ਜੀਵਨ ਸਾਥੀ ਮਿਲ ਜਾਏ ਤੇ ਇਹ ਵੀ ਆਪਣੇ ਘਰ ਖੁਸ਼ੀ ਖੁਸ਼ੀ ਰਹਿਣ, ਆਪਣੀ ਜ਼ਿੰਮੇਵਾਰੀ ਦਾ ਬੋਝ ਵੀ ਘਟ ਜਾਏ। ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਆਪਣੀ ਬੱਚੀ ਬੀਬੀ ਭਾਨੀ ਦੇ ਲਈ ਇਹ ਸ਼ਬਦ ਵਰਤੇ ਸਨ ਵੀ ਆਪਣੀ ਬੱਚੀ ਮੁਟਿਆਰ ਹੋ ਗਈ, ਜਵਾਨ ਹੋ ਗਈ, ਉਹਦਾ ਆਪਾਂ ਕਿਤੇ ਰਿਸ਼ਤਾ ਕਰੀਏ। ਜਾਣੀ ਜਾਣ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਵੀ ਕਿਸ ਤਰ੍ਹਾਂ ਦਾ ਵਰ ਚਾਹੁੰਦੇ? ਕਹਿਣ ਲੱਗੇ ਜਿਹੜਾ ਧਰਮ ਦੇ ਵਿੱਚ ਅਕੀਦਾ ਰੱਖਦਾ ਹੋਵੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਵਿਸ਼ਵਾਸਧਾਰੀ ਹੋਵੇ, ਸਾਦੇ ਜੀਵਨ ਵਾਲਾ ਹੋਵੇ,
ਔਰ ਗੁਰੂ ਨਾਨਕ ਦੀ ਸਿੱਖੀ ਨੂੰ ਸਮਰਪਿਤ ਹੋਵੇ, ਅਜਿਹਾ ਵਰ ਚਾਹੀਦਾ ਹੈ ਜਿਹਦੇ 'ਚ ਹਉਮੈ ਹੰਕਾਰ ਨਾ ਹੋਵੇ। ਉੱਥੋਂ ਸਾਹਮਣੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਾਈ ਜੇਠਾ ਜੀ ਗੁਜ਼ਰੇ। ਕਹਿਣ ਲੱਗੇ ਅਜਿਹਾ ਤਾਂ ਫਿਰ ਭਾਈ ਜੇਠਾ ਹੀ ਹੈ, ਭਾਈ ਜੇਠੇ ਜੀ ਵਰਗਾ, ਭਾਈ ਜੇਠੇ ਜੀ ਵਰਗਾ ਤੇ ਫਿਰ ਭਾਈ ਜੇਠਾ ਹੀ ਹੈ। ਵਰਗਾ ਕਿਉਂ, ਇਹ ਕਿਉਂ ਨਾ? ਮਹਾਰਾਜ ਜੀ ਨੇ ਆਪਣੀ ਬੱਚੀ ਦਾ ਰਿਸ਼ਤਾ ਭਾਈ ਜੇਠਾ ਜੀ ਨੂੰ ਕੀਤਾ। ਗੁਰੂ ਰਾਮਦਾਸ ਮਹਾਰਾਜ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਆਪਣੀ ਬੱਚੀ ਦਾ ਰਿਸ਼ਤਾ ਭਾਈ ਜੇਠਾ ਜੀ ਨੂੰ ਜਦੋਂ ਕੀਤਾ ਤੇ ਸਮਾਜ ਲਈ ਇੱਕ ਸੇਧ ਪ੍ਰਦਾਨ ਕੀਤੀ। ਵੇਖੋ ਕਿੱਡੀ ਵੱਡੀ ਸਿੱਖਣ ਵਾਲੀ ਗੱਲ ਹੈ ਇਸ ਘਟਨਾ ਦੇ ਵਿੱਚ, ਕਿਉਂਕਿ ਗੁਰੂਆਂ, ਵੱਡ ਵਡੇਰਿਆਂ, ਪੀਰਾਂ, ਫਕੀਰਾਂ, ਮੁਰੀਦਾਂ, ਮੁਰਸ਼ਿਦਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਨਾ, ਉਹਦੇ ਤੋਂ ਆਉਣ ਵਾਲੇ ਜਗਤ ਨੇ ਜੀਵਨ ਜਾਚ ਸਿੱਖਣੀ ਹੁੰਦੀ ਹੈ। ਬਾਣੀ ਦਾ ਫੈਸਲਾ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਵੱਡ ਵਡੇਰਿਆਂ ਦੀਆਂ, ਬਾਬਿਆਂ ਦੀਆਂ, ਬਜ਼ੁਰਗਾਂ ਦੀਆਂ ਸਿੱਖਿਆਦਾਇਕ ਗੱਲਾਂ ਪੁੱਤਰਾਂ ਨੂੰ ਸੁਪੁੱਤਰ ਬਣਾਉਂਦੀਆਂ, ਉਮਤ ਨੂੰ, ਮਖਲੂਕ ਨੂੰ, ਆਉਣ ਵਾਲੀ ਨਸਲ ਨੂੰ ਸਿੱਧੇ ਰਾਹ ਤੋਰਦੀਆਂ। ਮਹਾਰਾਜ ਨੇ ਆਪਣੀ ਬੱਚੀ ਦਾ ਰਿਸ਼ਤਾ ਭਾਈ ਜੇਠਾ ਜੀ ਨੂੰ ਕੀਤਾ ਔਰ ਖਿਆਲ ਕਰਿਆ ਜੇ ਉਹਨਾਂ ਦੀ ਜਾਇਦਾਦ ਦੀ ਪੁੱਛ ਪੜਤਾਲ ਨਹੀਂ ਕੀਤੀ, ਉਹਨਾਂ ਦੇ ਘਰਾਣੇ ਬਾਰੇ ਨਹੀਂ ਲੋਕਾਂ ਤੋਂ ਪੁੱਛਿਆ, ਉਹਨਾਂ ਬਾਰੇ ਸੂਹਾਂ ਨਹੀਂ ਲਈਆਂ, ਉਹਨਾਂ ਦੀ ਜਾਇਦਾਦ ਦੀ ਪੜਤਾਲ ਨਹੀਂ ਕਰਾਈ। ਇੱਕੋ ਗੱਲ ਵੇਖੀ ਕਿ ਭਾਈ ਜੇਠਾ ਜੀ ਵਿੱਚ ਬਹੁਤ ਵੱਡਾ ਗੁਣ ਨਿਮਰਤਾ ਦਾ, ਸਮਰਪਿਤ ਭਾਵ ਦਾ, ਵਿਸ਼ਵਾਸ ਪਾਤਰੀ ਦਾ ਔਰ ਧਰਮ ਦਾ ਬਹੁਤ ਵੱਡਾ ਗੁਣ ਹੈ। ਖਿਆਲ ਕਰਿਆ ਜੀ, ਅੱਜ ਅਸੀਂ ਵੀ ਆਪਣੇ ਭੈਣਾਂ ਭਰਾਵਾਂ ਦੇ, ਬੱਚੇ ਬੱਚੀਆਂ ਦੇ ਰਿਸ਼ਤੇ ਕਰਦੇ ਹਾਂ। ਜਦੋਂ ਵੀ ਕਿਸੇ ਘਰ 'ਚ ਕੋਈ ਬੱਚਾ ਬੱਚੀ ਜਵਾਨ ਹੋਵੇ, ਉਹਦੇ ਰਿਸ਼ਤੇ ਦੀ ਗੱਲ ਤੁਰਦੀ ਹੈ ਅਤੇ ਅਸੀਂ ਕਿਸੇ ਘਰਾਣੇ 'ਚ ਬੱਚਾ ਬੱਚੀ ਵੇਖੀਏ ਅਤੇ ਸਭ ਤੋਂ ਪਹਿਲਾਂ ਅਸੀਂ ਉਸ ਪਰਿਵਾਰ ਦਾ ਅਸਰ ਰਸੂਖ ਵੇਖਦੇ ਹਾਂ ਜੀ। ਆਪਣੇ ਬੱਚੇ ਬੱਚੀ ਦੇ ਜੀਵਨ ਸਾਥੀ ਦਾ ਆ ਸਰੀਰਕ ਹੁਸਨ ਵੇਖਦੇ ਹਾਂ, ਉਹਦੇ ਕੋਲ ਧਨ ਸੰਪਦਾ, ਉਹਨੂੰ ਪੈਲੀ ਪੱਠਾ, ਉਹਨੂੰ ਜਾਇਦਾਦ ਕਿੰਨੀ ਕੁ ਆਉਂਦੀ ਹੈ, ਇਹ ਦੇਖਦੇ ਹਾਂ। ਪਰ ਜਿਹੜੀ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਘੋਖਣੀ ਤੇ ਪਰਖਣੀ ਚਾਹੀਦੀ ਸੀ, ਉਹ ਸੀ ਸਾਡੇ ਧੀ ਪੁੱਤਰ ਦੇ ਨਾਲ ਵਿਚਰਨ ਵਾਲੇ ਜੀਵਨ ਸਾਥੀ ਦੇ ਇਖਲਾਕੀ ਤੇ ਬਹਿਰੂਨੀ ਗੁਣ, ਜਿਨ੍ਹਾਂ ਬਾਰੇ ਅਸੀਂ ਕਦੇ ਵੀ ਝਾਤ ਨਹੀਂ ਮਾਰਦੇ ਹਾਂ। ਬਾਣੀ ਦੇ ਵਿੱਚ ਮਹਾਰਾਜ ਨੇ ਇੱਕ ਬੜਾ ਅਲੌਕਿਕ ਫੈਸਲਾ ਦਿੱਤਾ। ਅਸੀਂ ਆਪਣੇ ਬੱਚੇ ਬੱਚੀ ਦਾ ਰਿਸ਼ਤਾ ਸਰੀਰਕ ਸੁਹੱਪਣ ਅਤੇ ਧਨ ਸੰਪਦਾ ਦੇ ਆਧਾਰ 'ਤੇ ਕੀਤਾ। ਅੱਜ ਤਲਾਕ ਧੜਾ ਧੜ ਹੋ ਰਹੇ ਹਨ, ਵਾਰੀ ਨਹੀਂ ਪਈ ਮਿਲਦੀ, 20-20 ਸਾਲ ਕੇਸ ਪੈਂਡਿੰਗ ਰਹਿੰਦੇ ਹਨ। ਇੱਕ ਨੌਜਵਾਨ ਧੀ ਪੁੱਤਰ, ਇਸਤਰੀ ਪੁਰਸ਼ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਉਹਦਾ ਮੁੱਢ ਅਸੀਂ ਬੰਨਿਆ ਕਿਵੇਂ? ਅਸੀਂ ਰਿਸ਼ਤੇ ਦਾ ਆਧਾਰ ਹੁਸਨ ਨੂੰ ਮੰਨਿਆ, ਅਸੀਂ ਰਿਸ਼ਤੇ ਦਾ ਆਧਾਰ ਸੰਪਦਾ ਨੂੰ, ਜਾਇਦਾਦ ਨੂੰ ਮੰਨਿਆ। ਹੁਣ ਬਾਣੀ ਦਾ ਇਹ ਫੈਸਲਾ ਹੈ ਵੀ ਨਾ ਹੁਸਨ ਸਦਾ ਰਹਿੰਦਾ ਹੈ, ਨਾ ਜਾਇਦਾਦ ਸਦਾ ਰਹਿੰਦੀ ਹੈ। ਤੁਸੀਂ 23 ਅੰਗ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਵਚਨ ਪੜ੍ਹਦੇ, ਧਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਾਲ ਢੁੱਲ ਜੁੰਮਣ ਹਾਰ। ਜਵਾਨੀ, ਹੁਸਨ, ਸਰੀਰ ਦਾ ਸੁਹੱਪਣ ਅਤੇ ਧਨ ਦੌਲਤ ਇਸ ਤਰ੍ਹਾਂ ਹੈ ਜਿਵੇਂ ਸਵੇਰੇ ਫੁੱਲ ਖਿੜਦਾ ਅਤੇ ਸ਼ਾਮ ਨੂੰ ਮੁਰਝਾਉਂਦਾ ਮੁਰਝਾਉਂਦਾ ਮੁਰਝਾ ਹੀ ਜਾਂਦਾ ਹੈ। ਧਨ ਸੰਪਦਾ, ਹੁਸਨ ਵੀ ਜਿਹੜਾ ਸਮੇਂ ਦੀ ਗਰਦਿਸ਼ ਨਾਲ, ਅੱਜ ਜਵਾਨੀ ਆਈ ਕੱਲ੍ਹ ਨੂੰ ਬੁਢੇਪਾ ਆ ਜਾਏਗਾ, ਹੁਸਨ ਵੀ ਖਤਮ। ਜਾਇਦਾਦ ਅੱਜ ਮੇਰੇ ਕੋਲ ਹੈ, ਕੱਲ੍ਹ ਨੂੰ ਮੇਰੇ ਹੱਥੋਂ ਖੁੱਸ ਜਾਏਗੀ, ਦੂਜੇ ਕੋਲ ਚਲੀ ਜਾਏਗੀ, ਦੂਜੇ ਕੋਲੋਂ ਤੀਜੇ ਕੋਲ ਚਲੀ ਜਾਏਗੀ। ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਅਸੀਂ ਰਿਸ਼ਤਾ ਇਹਦੇ ਉੱਤੇ ਟਿਕਾਇਆ। ਮਹਾਰਾਜ ਕਹਿਣ ਲੱਗੇ, ਜਿਸ ਮਕਾਨ ਦੀ ਨੀਂਹ ਹੀ ਹਿਲਦੀ ਹੋਵੇ, ਉਹ ਆਪ ਸਥਿਰ ਨਾ ਹੋਵੇ, ਆਪ ਟਿਕਣ ਵਾਲੀ ਨਾ ਹੋਵੇ, ਉਹਦੇ ਉੱਤੇ ਖੜਾ ਹੋਇਆ ਮਕਾਨ ਕਿਸ ਤਰ੍ਹਾਂ ਸਥਿਰ ਰਹਿ ਸਕਦਾ ਹੈ? ਉਹ ਵੀ ਡਿੱਗੇਗਾ ਹੀ। ਅਸੀਂ ਰਿਸ਼ਤਾ ਰੂਪ ਅਤੇ ਧਨ ਜਾਇਦਾਦ ਦੇ ਆਧਾਰ 'ਤੇ ਟਿਕਾਇਆ। ਨਾ ਰੂਪ ਖੜਾ ਰਹਿੰਦਾ ਹੈ, ਨਾ ਧਨ ਸੰਪਦਾ ਖੜੀ ਰਹਿੰਦੀ, ਇਹਦੇ 'ਤੇ ਟਿਕਾਇਆ ਹੋਇਆ ਰਿਸ਼ਤਾ ਵੀ ਡਿੱਗ ਪੈਂਦਾ ਹੈ। ਵੇਖੋ, ਜੇ ਕਿਸੇ ਇਨਸਾਨ ਵਿੱਚ
ਸੁਭਾਅ ਮਿਹਨਤ ਕਸ਼ੀ ਹੈ, ਉਹ ਵਿਸ਼ਵਾਸ ਪਾਤਰ ਹੈ, ਉਹ ਸਾਦਗੀ ਦਾ ਜੀਵਨ ਜਿਉਂਦਾ ਹੈ, ਉਹ ਧਰਮ ਨੂੰ ਸਮਰਪਿਤ ਹੈ। ਉਹਦੇ ਕੋਲ ਪਿਆਰਿਓ ਭਾਵੇਂ ਇੱਕ ਓੜ ਵੀ ਜਾਇਦਾਦ ਨਾ ਹੋਵੇ, ਉਹ ਫਿਰ ਵੀ ਆਪਣੇ ਜੀਵਨ ਸਾਥੀ ਨੂੰ ਸੁਖੀ ਰੱਖ ਸਕਦਾ ਹੈ। ਕਿਉਂਕਿ ਬਾਣੀ 'ਚ ਮਹਾਰਾਜ ਨੇ ਕਿਹਾ ਕਿ ਸੁੱਖ ਜਿਹੜਾ ਹੈ ਨਾ, ਉਹ ਪੈਲੀ ਪੱਠੇ ਕਰਕੇ, ਧਨ ਸੰਪਦਾ ਕਰਕੇ ਨਹੀਂ ਮਿਲਦਾ ਹੈ। ਸੁੱਖ ਜਿਹੜਾ ਸਾਦਗੀ ਵਿੱਚ, ਵਾਹਿਗੁਰੂ ਦੇ ਚਿੰਤਨ ਵਿੱਚ ਹੈ। ਸੁੱਖ ਨਾਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਕਿ ਹੇ ਭਾਈ, ਵਾਹਿਗੁਰੂ ਦੀ ਇਬਾਦਤ ਤੋਂ ਬਿਨਾਂ ਕਿਸੇ ਵੀ ਚੀਜ਼ ਵਿੱਚ ਸੁੱਖ ਨਹੀਂ। ਇਸ ਮਨੁੱਖਾ ਜਨਮ ਨੂੰ ਕੀਮਤੀ ਰਤਨਾਂ ਵਰਗਾ ਜਾਣ ਕੇ, ਵਾਹਿਗੁਰੂ ਦੀ ਇਬਾਦਤ ਕਰਕੇ, ਇਹਦਾ ਮੁੱਲ ਪਾ ਕੇ ਇਸ ਬਾਜੀ ਨੂੰ ਜਿੱਤਣ ਦੀ ਕੋਸ਼ਿਸ਼ ਕਰ। ਕਿਉਂਕਿ ਜਿਹੜਾ ਬੰਦਾ ਇਸ ਧਰਤੀ 'ਤੇ ਆਉਂਦਾ ਹੈ, ਉਹਦੇ ਆਉਣ ਦਾ ਮਕਸਦ ਵਾਹਿਗੁਰੂ ਦੀ ਇਬਾਦਤ ਕਰਨਾ ਹੈ। ਜਿਹੜੇ ਕੰਮ ਲਈ ਕੋਈ ਕਿਤੇ ਗਿਆ ਹੋਵੇ, ਉਹ ਕੰਮ ਕਰਕੇ ਨਾ ਆਵੇ, ਅਤੇ ਆਮ ਲੋਕ ਕਹਿੰਦੇ ਹਨ ਤੈਨੂੰ ਤਾਂ ਐਵੇਂ ਗੇੜਾ ਹੀ ਪਿਆ, ਤੇਰਾ ਕੰਮ ਤਾਂ ਹੋਇਆ ਹੀ ਨਹੀਂ, ਐਵੇਂ ਭਕਾਈ ਕੀਤੀ ਸ਼ਬਦ ਅਸੀਂ ਵਰਤਦੇ ਹਾਂ, ਐਵੇਂ ਟਾਈਮ ਹੀ ਖਰਾਬ ਕੀਤਾ, ਕਿਰਾਇਆ ਭਾੜਾ ਖਰਾਬ ਕੀਤਾ, ਕੰਮ ਤਾਂ ਹੋਇਆ ਨਹੀਂ ਜਿਹੜੇ ਗਏ ਸੀ। ਇੱਥੇ ਅਸੀਂ ਆਏ ਹਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਲਈ। ਅਤੇ ਜੇ ਇਹ ਕੰਮ ਕੀਤਾ ਹੀ ਨਹੀਂ ਪਿਆਰਿਓ, ਅਤੇ ਸਾਡਾ ਮਨੁੱਖਾ ਜਨਮ ਹੀ ਅਜਾਈ ਜਾਂਦਾ ਹੈ। ਐਵੇਂ ਟਾਈਮ ਖਰਾਬ ਕਰਨ ਵਾਲੀ ਗੱਲ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਜਿਹੜਾ ਬੰਦਾ ਸਾਦਾ ਰਹਿੰਦਾ ਹੈ, ਜਿਹੜਾ ਬੰਦਾ ਧਰਮੀ ਸੁਭਾਅ ਵਾਲਾ ਹੈ, ਇਮਾਨਦਾਰ ਹੈ, ਮਿਹਨਤਕਸ਼ ਹੈ, ਉਹ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ, ਜੀਵਨ ਸਾਥੀ ਨੂੰ ਇਹਨਾਂ ਗੁਣਾਂ ਕਰਕੇ ਸੰਤੁਸ਼ਟ ਕਰਦਾ ਹੈ। ਧਨ ਸੰਪਦਾ ਕਰਕੇ ਤਾਂ ਕੋਈ ਸੰਤੁਸ਼ਟ ਨਹੀਂ ਹੁੰਦਾ ਹੈ। ਬੜੇ ਬੜੇ ਅਮੀਰ ਅਤੇ ਰਈਸ ਲੋਕ ਵੇਖੇ ਹੋਣਗੇ ਤੁਸੀਂ, ਜੇ ਪੈਸੇ ਪੱਠੇ 'ਚ ਹੀ ਸੁੱਖ ਹੋਵੇ, ਜੇ ਹੁਸਨ ਵਿੱਚ ਹੀ ਸੁੱਖ ਹੋਵੇ, ਜੇ ਬੜੇ ਉੱਚੇ ਮੁਰਾਤਬਿਆਂ ਵਿੱਚ ਹੀ ਸੁੱਖ ਮਿਲਦਾ ਹੁੰਦਾ, ਅਤੇ ਬੜੇ ਅਮੀਰ ਅਤੇ ਅਰੀਸ ਲੋਕ, ਉਹਨਾਂ ਦੇ ਮੰਜੇ ਦੇ ਨੇੜੇ ਨੀਂਦ ਨਹੀਂ ਪੈਂਦੀ ਹੈ। ਡਾਕਟਰਾਂ ਦੀਆਂ ਲਾਈਨਾਂ ਵਿੱਚ ਸਭ ਤੋਂ ਜ਼ਿਆਦਾ ਸ਼ੁਮਾਰ ਜਿਹੜੇ ਲੋਕ ਹੁੰਦੇ ਹਨ, ਉਹਨਾਂ ਵਿੱਚ ਬਹੁਤ ਵੱਡੇ ਵੱਡੇ ਬਿਜ਼ਨਸਮੈਨ ਲੋਕ ਹੁੰਦੇ ਹਨ। ਉੱਤੋਂ ਉੱਤੋਂ ਚਿਹਰੇ ਹੱਸਦੇ ਹਨ, ਪਰ ਨਜ਼ਦੀਕ ਬੈਠ ਕੇ ਵੇਖੀਏ, ਕਿਤੇ ਕਿਸੇ ਦਾ ਅਸੀਂ ਜੀਵਨ ਦਾ ਚੱਕਰ ਵੀ ਫਰੋਲ ਕੇ ਵੇਖੀਏ, ਤੁਸੀਂ ਇੱਕ ਗੱਲ ਕਰੋ, ਬੰਦਾ ਮੁੜ ਕੇ 1 ਘੰਟਾ ਤੁਸੀਂ ਕੋਲੇ ਬੈਠੇ ਹੋ, 1 ਘੰਟਾ ਮੁੜ ਕੇ ਤੁਹਾਨੂੰ ਬੋਲਣ ਨਹੀਂ ਦੇਵੇਗਾ। ਆਪਣੀਆਂ ਹੀ ਤੁਹਾਨੂੰ ਦਰਦਾਂ ਦੀਆਂ ਕਹਾਣੀਆਂ, ਆਪਣੀਆਂ ਹੀ ਵੇਦਨਾਵਾਂ ਸੁਣਾਈ ਜਾਏਗਾ। ਦੁੱਖ ਕੀਆਂ ਪੰਡਾਂ ਖੁੱਲ੍ਹੀਆਂ, ਸੁਖੀ ਨਾ ਨਿਕਲਿਓ ਕੋਈ। ਫਿਰ ਤੇ ਕਹਾਣੀਆਂ ਛਿੜ ਪੈਂਦੀਆਂ। ਫਿਰ ਸਾਹਮਣੇ ਵਾਲੇ ਬੰਦੇ ਨੂੰ ਬੰਦਾ ਗੱਲ ਨਹੀਂ ਕਰਨ ਦਾ ਵੀ ਤੂੰ ਤਾਂ ਇਸੇ ਗੱਲੋਂ ਹੀ ਔਖਾ ਹੈ, ਚਲੋ ਤੇਰਾ ਇੱਧਰੋਂ ਤੇ ਸੌਖਾ, ਮੈਂ ਤਾਂ ਇੱਧਰੋਂ ਵੀ ਮਾਰ ਪੈਂਦੀ, ਮੈਨੂੰ ਤਾਂ ਇੱਧਰੋਂ ਵੀ ਫਾਹੇ ਚੜਿਆ, ਮੈਂ ਤਾਂ ਇੱਧਰੋਂ ਵੀ ਔਖਾ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਭਾਈ ਜੇਠਾ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਬੱਚੀ ਦਾ ਰਿਸ਼ਤਾ ਕੀਤਾ ਗੁਣਾਂ ਦੇ ਆਧਾਰ 'ਤੇ, ਅਤੇ ਸਾਨੂੰ ਇਹ ਸੇਧ ਦਿੱਤੀ, ਭਾਈ ਜਦੋਂ ਵੀ ਆਪਣੇ ਬੱਚੇ ਬੱਚੀ ਦਾ ਰਿਸ਼ਤਾ ਕਰੋ, ਉਦੋਂ ਸਭ ਤੋਂ ਪਹਿਲੀ ਗੱਲ ਉਸ ਘਰ ਦੇ ਵਿੱਚ ਸਿੱਖੀ ਸੇਵਕੀ ਵੇਖੋ, ਉਸ ਘਰ ਦੇ ਵਿੱਚ ਧਾਰਮਿਕ ਸੁਭਾਅ ਵੇਖੋ ਪਰਿਵਾਰ ਦਾ। ਉਸ ਪਰਿਵਾਰ ਦੀ ਜਾਇਦਾਦ, ਆਪਣੇ ਬੱਚੇ ਬੱਚੀ ਦੇ ਜੀਵਨ ਸਾਥੀ ਦੇ ਹੁਸਨ ਨੂੰ ਬਾਅਦ 'ਚ ਪਰਖ ਕੇ, ਪਹਿਲਾਂ ਇਸ ਚੀਜ਼ ਦੀ ਪਰਖ ਕਰੋ ਵੀ ਇਹਦਾ ਸੁਭਾਅ ਧਰਮੀ ਹੈ ਕਿ ਨਹੀਂ ਹੈ, ਇਹਦਾ ਸੁਭਾਅ ਬਹਿਰੂਨੀ ਅਤੇ ਰੂਹਾਨੀ ਹੈ ਕਿ ਨਹੀਂ ਹੈ। ਅਸੀਂ ਇਹ ਚੀਜ਼ਾਂ ਨੂੰ ਅੱਖੋਂ ਪਰੋਖੇ ਕੀਤਾ। ਬੱਚੇ ਬੱਚੀਆਂ ਦੇ ਰਿਸ਼ਤਿਆਂ ਦਾ ਆਧਾਰ ਧਨ ਸੰਪਦਾ, ਜਾਇਦਾਦ, ਹੁਸਨ, ਮਾਲ, ਅਸਬਾਬ ਬਣਾਇਆ। ਮਹਾਰਾਜ ਨੇ ਬਾਣੀ 'ਚ ਕਿਹਾ ਧਨ ਸੰਪਦਾ ਆਪ ਨਹੀਂ ਟਿਕਦੇ, ਇਹਨਾਂ ਦੇ ਉੱਤੇ ਖੜੇ ਹੋਏ ਰਿਸ਼ਤੇ ਵੀ ਡਿੱਗ ਪੈਂਦੇ ਹਨ। ਔਰ ਦੁਨੀਆ ਦਾ ਕਿਹੜਾ ਸੁੱਖ ਹੈ ਜਿਹੜਾ ਭਾਈ ਜੇਠਾ ਜੀ ਦੇ ਘਰ 'ਚ ਗੁਰੂ ਨਾਨਕ ਨੇ ਇਹ ਦਾਤ ਨਹੀਂ ਦਿੱਤੀ ਵੀ ਕੋਈ ਸੁੱਖ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ 'ਚ ਨਾ ਆਇਆ ਹੋਵੇ। ਅਸਲ 'ਚ ਨਾ ਬੰਦੇ ਨੂੰ ਸੰਤੋਖ, ਬੰਦੇ ਨੂੰ ਰੱਜ ਜਿਹੜਾ ਹੈ ਨਾ, ਉਹ ਧਰਮ ਵਿੱਚੋਂ, ਇਬਾਦਤ ਵਿੱਚੋਂ, ਵਾਹਿਗੁਰੂ ਦੀ ਯਾਦ ਵਿੱਚੋਂ ਆਉਂਦਾ, ਨਾ ਕਿ ਪਦਾਰਥਾਂ ਵਿੱਚੋਂ ਆਉਂਦਾ। ਇੱਕ ਬੰਦੇ ਦੀ ਦੌੜ ਹੁੰਦੀ ਹੈ, 10 ਕਿੱਲੇ ਬਣ ਗਏ, ਹੁਣ 100 ਕਿੱਲੇ ਬਣ ਜਾਣ ਨਾ, ਫਿਰ ਬਸ ਉਹ 100 ਵੀ ਬਣ ਜਾਂਦਾ, ਪਰ 100 ਹੁੰਦੇ ਹੀ ਬੰਦੇ ਦੀ ਲਾਲਸਾ ਵੱਧ ਜਾਂਦੀ ਹੈ। 1 ਨਾਲ 2 ਜ਼ੀਰੋ ਲੱਗੀਆਂ, 1 ਹੋਰ ਜ਼ੀਰੋ ਲੱਗ ਜਾਏ ਨਾ, ਫਿਰ ਕੰਮ ਖਤਮ। ਇਹ ਵੀ ਮਹਾਰਾਜ ਨੇ ਬਾਣੀ 'ਚ ਫੈਸਲਾ ਦਿੱਤਾ। ਕਹਿਣ ਲੱਗੇ ਸਹਿਸ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਬੰਦੇ ਨੂੰ ਤ੍ਰਿਪਤੀ ਕਿਵੇਂ ਆਵੇ? ਮਹਾਰਾਜ ਨੇ ਸੁਖਮਨੀ ਸਾਹਿਬ 'ਚ ਕਿਹਾ
बिना संतोख नहीं कोऊ राजै, कि बंदा सबर तो बिना कदे नहीं रजदा। तो सबर हमेशा वाहिगुरू की याद विच आउंदा है। जदों सबर आ जाए ना, उदों कखां दी कुली विच रहिंदा भी उहदा शुकराना करदा है। जदों बंदे दा सबर हिल जाए, उदों 5-5 मंजिलियां कोठियां विच रहिंदा भी रब नूं उलांभे देई जांदा, तू मैनूं दित्ता की है, मेरे कोल है की, तू दूजिਆਂ ਨੂੰ आ दिता, तू दूजिਆਂ ਨੂੰ आ दिता, तू मैनूं इस गल्लों भी मुथाज, तू मैनूं इस गल्लों भी ऊना रखिया, तू मैनूं आ भी नहीं दिता, तू आ भी मेरे तो लुको के रखिया। बाबा फरीद साहब दा सबर, ते सबर चों निकलिया संतोख। ये भजन ते इबादत चों निकलिया। उन्होंने शब्द वरतिया, कहन लगे फरीदा रुखी सुखी खाए कै, ठंडा पानी पीओ, वेख पराई चोपड़ी ना तरसाए जियो। ये है सबर, कि थाली च रुखा सुखा भी पिया तो वह शुक्र करके, वह धन्नवाद करके इनू कबूल कर। गवांढी की थाली वाल वेख के उहदियां दातां प्रति ना शुकरापन ना विखा, धन्नवाद करदे बिरती धारण कर। महाराज आ जिहड़ा रुखा सुखा मेरी थाली च आया, मैं तो इहदा भी पात्र नहीं सी, मेरे ते नसीब विच इह भी नहीं सी। तू बड़ा तरस करन वाला, तू बड़ा दयालु, तू बड़ा कृपालू है, तू त्रुट के मैनू आ जिहड़ा रुखा सुखा दे दिता, तेरी यही निवाजिश है, तू मैनू इन्ने नाल निवाजा। मेरी थाली च तो ये भी नहीं सी मेरे कर्मां विच। किड्डा वड्डा सबर है। महाराज ने बाणी शब्द वरते, कहन लगे भली सुहावी छापरी, जा मैं गुण गाए, कित ही कामना धौल हर जित हर बिसराई। वो कखां दी कुल्ली भी बड़ी शोभनीक है, जिहदे विच बैठ के कोई आखदा है सतनाम श्री वाहिगुरू। वो 10 मंजिली इमारतों वड्डे वड्डे धौलहार, वड्डे वड्डे महल महल माड़ियाँ, जिहदे च कोई बैठ के वो शुकराने के अल्फाज नहीं वरतदा। महाराज कहन लगे अजय धौलहार, अजय वड्डे वड्डे महल जी करदा अग ला के साड़ दें। वड़न नूं महाराज कहन लगे मेरा जी नहीं करता है। महाराज नूं अपनी बच्ची का रिश्ता गुरु अमरदास जी ने किया। जदों शरीके कबीले पता लगा ना भी अपना जेठा जिहड़ा सी वो गुरु नानक दे दर घर दे वारस गुरु अमरदास महाराज दे घर दा दामाद बन गया है, तो वो शब्द जिहड़े बाणी च आपां वरतदे हैं, जदों महाराज बचपन दे विच समाजिक पक्ष तो एक टाइम बेसहारा होए, माता पिता कोई नहीं, कोई सहारा देने वाला कोई नहीं, उदों सब ने हथ खिंच लिया। जदों अज गुरु नानक दे घर दे दामाद होण दी गुरु नानक दे घर च वडियाई मिली उन्होंने, उदों सारियां ने झोले च पाए लीड़े तो उधर नूं तुर पए, चलो चल के वेखीए भी अपने जेठे की किड्डी चढ़त है। जदों महाराज दे वेड़े आए ना गुरु अमरदास जी दे, उत्थे उन्होंने शब्द वरत्या जी चूना मंडी लाहौर तो ना साडा एक भतीजा कह लो, साडा बच्चा कह लो, चाचे ताए आए शरीका कबीला, ਉਹਦਾ नाम जेठा है जी। वो सुनिया जी तुहाडे घर तुहाडी बच्ची का रिश्ता ਉਹਦੇ ਨਾਲ ਹੋਇਆ, ਉਹ ਸਾਡਾ ਬੱਚਾ है जी, ਅਸੀਂ ਉਹਨੂੰ ਮਿਲਣ ਆਏ ਹਾਂ। ਜਦੋਂ ਵੇਖਿਆ ਭਾਈ ਜੇਠਾ ਜੀ ਦੇ ਸਿਰ ਦੇ ਉੱਤੇ ਟੋਕਰੀ ਹੈ, ਵਿਹੜੇ 'ਚ ਕੂੜਾ ਜਿਹੜਾ ਹੁੰਜਿਆ ਨਾ ਉਹ ਇਕੱਠਾ ਕੀਤਾ, ਟੋਕਰੀ 'ਚ ਪਾਇਆ ਕੂੜਾ ਕਰਕਟ, ਤੇ ਬਾਬਾ ਜੇਠਾ ਜੀ ਨੇ ਸਿਰ ਤੇ ਚੁੱਕਿਆ, ਉਹ ਸੁੱਟਣ ਚੱਲੇ ਨੇ ਬਾਹਰ। ਉਹ ਚਾਚਿਆਂ ਤਾਇਆਂ ਨੇ ਜਦੋਂ ਵੇਖਿਆ ਤੇ ਉਹਨਾਂ ਨੇ ਮਨ 'ਚ ਬੜੀ ਖੁਣਸ ਖਾਧੀ। ਭਾਈ ਜੇਠਾ ਜੀ ਨੂੰ ਵੀ ਆਵਾਜ਼ ਮਾਰ ਕੇ ਕੋਲ ਬੁਲਾਇਆ, ਕੱਪੜੇ ਮੈਲੇ ਹਨ ਮਿੱਟੀ ਘੱਟੇ ਨਾਲ, ਸਿਰ ਤੇ ਜਿਹੜੀ ਟੋਕਰੀ ਸੀ ਉਹ ਮਹਾਰਾਜ ਨੇ ਸਾਈਡ ਤੇ ਰੱਖੀ, ਆਪਣੇ ਚਾਚੇ ਤਾਇਆਂ ਨੂੰ ਅਦਬੋ ਅਦਾਬ ਕੀਤਾ, ਬੁਲਾਇਆ, ਹਾਲ ਚਾਲ ਪੁੱਛਿਆ। ਉਹਨਾਂ ਨੇ ਬੜਾ ਖਿੱਝ ਕੇ ਇਹ ਸ਼ਬਦ ਵਰਤਿਆ, ਜੇਠਿਆ ਤੂੰ ਤੇ ਸਾਡੇ ਖਾਨਦਾਨ ਦੇ ਸਿਰ 'ਚ ਮਿੱਟੀ ਪਵਾ ਰਿਹਾ, तू तो साडा नक ही बढ़ा रहा। भाई जेठा जी हथ जोड़ के कहन लगे ऐसी की गुस्ताखी होगी मेरे को। वो इत्थे ही नहीं रुके, उन्होंने ये खरवे ते सख्त बोल हौमे नाल लबरेज बोल गुरु अमरदास जी नूं बोले। कहन लगे ते अनजान है, इनू ते परिवार का माहौल ही नहीं मिले, इनू की पता इन्हां चीज़ों का, तुसीं ते सियाणे बियाणे हो। आ भरा गुरु घर दे दमादां दे नाल इस तरह का व्यवहार किया जाता है। इस सिर ते तुसीं टोकरी चुकाई है, कूड़ा सुटता फिरदा है, एक ही मंजर है, एक ही मुआजरा है। गुरु अमरदास महाराज जी हस के कहन लगे तुहानूं ये टोकरी लगती है, बाकी ये कोई मेरे घर का काम नहीं है, ये तो मनुखता की सेवा है,
ਇਹ ਤਾਂ ਗੁਰੂ ਨਾਨਕ ਦੇ ਦਰ ਘਰ ਦੀ ਸੇਵਾ ਹੈ। ਜਿਹੜਾ ਜਿੰਨੀ ਜ਼ਿਆਦਾ ਕਰ ਲਏਗਾ ਉਨੀਆਂ ਜ਼ਿਆਦਾ ਝੋਲੀਆਂ ਭਰ ਜਾਣਗੀਆਂ। ਬਾਕੀ ਇਹ ਸੰਸਾਰੀ ਨਿਗਾਹ ਨਾਲ ਤੁਸੀਂ ਜਿਹੜੀ ਵੇਖਦੇ ਹੋ ਤੁਹਾਨੂੰ ਇਹ ਟੋਕਰੀ ਲੱਗਦੀ ਹੈ, ਪਰ ਜੇ ਤੁਸੀਂ ਇਹਨੂੰ ਸ਼ਰਧਾ ਦੀ ਅੱਖ ਨਾਲ ਵੇਖੋ ਇਹ ਟੋਕਰੀ ਨਹੀਂ, ਇਹ ਤਾਂ ਗੁਰੂ ਨਾਨਕ ਦੇ ਦਰ ਘਰ ਦਾ ਛਤਰ ਝੁੱਲ ਰਿਹਾ ਹੈ ਇਹਦੇ ਸੀਸ ਦੇ ਉੱਤੇ। ਵਾਕਿਆ ਹੀ ਸਮੇਂ ਨੇ ਮੋੜ ਖਾਧਾ, ਟਾਈਮ ਪਰਤਿਆ, ਸਮਾਂ ਲੰਘਿਆ ਅਤੇ ਇੱਕ ਦਿਨ ਉਹ ਟੋਕਰੀ ਦੀ ਬਰਕਤ ਨਾਲ ਮਹਾਰਾਜ ਦੇ ਸੀਸ ਦੇ ਉੱਤੇ ਗੁਰੂ ਨਾਨਕ ਦੇ ਦਰ ਘਰ ਦਾ ਛਤਰ ਚੌਰ ਤਖਤ ਝੁੱਲਿਆ। ਉਹਨਾਂ ਦੇ ਲਈ ਬਾਣੀ 'ਚ ਸ਼ਬਦ ਵਡਿਆਈ ਦੇ ਵਰਤੇ ਗਏ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਉਹੀ ਜੇਠਾ ਜਿਹਨੂੰ ਅਨਾਥ, ਜਿਹਨੂੰ ਬੇਘਰ, ਜਿਹਨੂੰ ਬੇਸਹਾਰਾ ਕਹਿ ਕੇ ਲੋਕਾਂ ਨੇ ਦੁਰਕਾਰਿਆ ਅਤੇ ਧੱਕਿਆ, ਉਹੀ ਭਾਈ ਜੇਠਾ ਜਿਹਨੂੰ ਧੰਨ ਧੰਨ ਰਾਮਦਾਸ ਗੁਰ ਕਹਿ ਕੇ ਵਡਿਆਇਆ ਜਾ ਰਿਹਾ ਹੈ। ਉਹੀ ਭਾਈ ਜੇਠਾ ਜਿਹਨੂੰ ਪਾਰ ਬ੍ਰਹਮ ਪਰਮੇਸ਼ਰ ਕਹਿ ਕੇ ਵਡਿਆਇਆ ਜਾ ਰਿਹਾ ਹੈ। ਮਹਾਰਾਜ ਨੂੰ ਗੁਰਤਾ ਗੱਦੀ ਮਿਲੀ, ਉਹਨਾਂ ਦੇ ਘਰ 'ਚ 3 ਬੱਚਿਆਂ ਦੀ ਆਮਦ ਹੋਈ, 3 ਬੱਚਿਆਂ ਦੀ ਪੈਦਾਇਸ਼ ਹੋਈ। ਬਾਬਾ ਪਿਰਥੀ ਜੀ, ਬਾਬਾ ਮਹਾਦੇਵ ਜੀ ਸਭ ਤੋਂ ਛੋਟੇ ਸਨ ਗੁਰੂ ਅਰਜਨ ਦੇਵ ਮਹਾਰਾਜ। ਮਹਾਰਾਜ ਦੇ ਵਿੱਚ ਨਿਮਰਤਾ ਦਾ ਪੱਖ ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੀ ਹਯਾਤੀ ਵਿੱਚ ਬੜਾ ਵੱਡਾ ਰਿਹਾ। ਔਰ ਭਾਈ ਗੁਰਦਾਸ ਜੀ ਨੇ ਨਾ ਭਾਈ ਜੇਠਾ ਜੀ ਦੀ ਨਿਮਰਤਾ, ਗੁਰੂ ਰਾਮਦਾਸ ਮਹਾਰਾਜ ਜੀ ਦੀ ਨਿਮਰਤਾ ਅਤੇ ਬਰਦਾਸ਼ਤ ਸਹਿਣ ਕਰਨ ਦੀ ਬਿਰਤੀ ਨੂੰ ਵੇਖ ਕੇ ਕੁਝ ਉਦਾਹਰਨਾਂ ਦਿੱਤੀਆਂ ਉਹਨਾਂ ਨੇ ਬਾਣੀ 'ਚ ਆਪਣੀ 'ਚ। ਪਹਿਲੀ ਉਦਾਹਰਨ ਉਹਨਾਂ ਨੇ ਦਿੱਤੀ ਅੱਗ ਦੀ ਅਤੇ ਪਾਣੀ ਦੀ। ਅੱਗ ਤੱਤੀ, ਜਲ ਸੀਅਲਾ, ਕਿਤ ਅਵਗਣ ਕਿਤ ਗੁਣ ਵਿਚਾਰਾ। ਕਹਿਣ ਲੱਗੇ ਅੱਗ ਤੱਤੀ ਹੈ, ਪਾਣੀ ਠੰਡਾ ਹੈ, ਆਓ ਇਹਦੇ ਗੁਣਾਂ ਅਤੇ ਔਗੁਣਾਂ ਦੀ ਵਿਚਾਰ ਕਰੀਏ। ਕੀ ਕਹਿਣ ਲੱਗੇ ਅੱਗੀ ਧੂੰਆਂ ਧੌਲ ਹਰ, ਜਲ ਨਿਰਮਲ ਗੁਰ ਗਿਆਨ ਸੁਚਾਰਾ। ਅੱਗ 'ਚੋਂ ਧੂੰਆਂ ਉੱਠਦਾ ਹੈ, ਧੂੰਆਂ ਭੁਲੇਖੇ ਪਾਉਂਦਾ ਹੈ, ਜਿਹਦੀਆਂ ਅੱਖਾਂ 'ਚ ਪੈ ਜੇ ਉਹਨੂੰ ਵੀ ਦਿਸਣੋਂ ਹਟ ਜਾਂਦਾ ਸਾਹਮਣੇ ਕੀ ਹੈ। ਅੱਗ ਦੇ 'ਚ ਨਿਕਲਿਆ ਹੋਇਆ ਧੂੰਆਂ ਕਦੇ ਪਹਾੜ ਬਣ ਜਾਂਦਾ ਹੈ, ਕਦੇ ਊਠ ਘੋੜੇ, ਕਦੇ ਬੱਦਲਾਂ ਦੇ ਕਮਰੇ ਬਣ ਗਏ, ਕਦੇ ਮਹੱਲ ਬਣ ਗਏ, ਉਹ ਬਣੇ ਢਹਿ ਗਏ, ਫਿਰ ਕੁਝ ਕਿੰਨੇ ਭੁਲੇਖੇ ਪੈਂਦੇ ਹਨ। ਪਰ ਪਾਣੀ ਜਿਹੜਾ ਹੈ ਉਹ ਗੁਰੂ ਦੇ ਗਿਆਨ ਦੀ ਤਸ਼ਬੀਹ ਰੱਖਦਾ ਹੈ। ਪਾਣੀ ਦੇ ਨਾਲ ਕੋਈ ਨਹਾ ਲੇ ਸਾਫ਼ ਹੋ ਜਾਂਦਾ ਹੈ, ਪਾਣੀ ਦੇ ਨਾਲ ਕੱਪੜਾ ਧੋ ਲਈਏ ਮੈਲ ਹਟ ਜਾਂਦੀ ਹੈ, ਉਹਦਾ ਅਸਲੀ ਰੰਗ ਨਿਖਰ ਕੇ ਆ ਜਾਂਦਾ ਸਾਹਮਣੇ। ਕੋਈ ਮਿੱਟੀ ਘੱਟੇ ਨਾਲ ਲਿਬੜੀ ਚੀਜ਼ ਉਹਦੀ ਅਸਲੀ ਪਹਿਚਾਣ ਨਹੀਂ ਹੋ ਰਹੀ, ਪਾਣੀ ਨਾਲ ਧੋ ਦਿਓ ਉਹਦਾ ਅਸਲੀ ਰੰਗ ਰੂਪ ਨਿਖਰ ਕੇ ਸਾਹਮਣੇ ਆ ਜਾਂਦਾ। ਪਾਣੀ ਜਿਹੜਾ ਭਰਮ ਨੂੰ ਦੂਰ ਕਰਦਾ ਹੈ, ਅੱਗ ਜਿਹੜੀ ਹੈ ਧੂੰਆਂ ਪੈਦਾ ਕਰਕੇ ਭਰਮ ਖੜੇ ਕਰਦੀ ਹੈ। ਅੱਗੀ ਧੂੰਆਂ ਧੌਲ ਹਰ, ਜਲ ਨਿਰਮਲ ਗੁਰ ਗਿਆਨ ਸੁਚਾਰਾ। ਫਿਰ ਅੱਗੇ ਕਿਹਾ